Good morning, students. Have a nice day. Students, today we are going to start your history chapter. Chapter name is Rural Life and Society. So let us start your chapter. Students, look at the picture. When the British came to India, they found that most of the things villagers needed were produced in the village itself. The farmer was the owner of the land he cultivated. If due to natural climates such as floods and droughts, the crops failed, the king reduced the land revenue or even exempted the landowner from paying it. ਜਦੋਂ ਬ੍ਰਿਟਿਸ਼ਰ ਇੰਡੀਆ ਦੇ ਵਿੱਚ ਆਏ ਉਹਨਾਂ ਨੇ ਇੰਡੀਆ ਦੇ ਪਿੰਡਾਂ ਦੀ ਸਥਿਤੀ ਨੂੰ ਦੇਖਿਆ ਕਿ ਇੱਥੋਂ ਦੇ ਜਿਹੜੇ ਕਿਸਾਨ ਆ ਇਟ ਸੈਲਫ ਆ ਠੀਕ ਹੈ ਸੈਲਫ ਸਫੀਸ਼ੈਂਟ ਆ ਔਨ ਈਅਰ ਯੂਨਿਟਸ ਔਰ ਹਰ ਫਾਰਮਰ ਆਪਣੀ ਲੈਂਡ ਦੇ ਉੱਤੇ ਖੇਤੀ ਕਰ ਰਿਹਾ ਸੀ ਜਦ ਵੀ ਕਦੇ ਕੋਈ ਜਾਂ ਤਾਂ ਫਿਰ ਸੋਕਾ ਪੈ ਜਾਂਦਾ ਜਾਂ ਹੜ੍ਹ ਵਰਗੀ ਪਰਿਸਥਿਤੀ ਬਣਦੀ ਸੀ ਅਤੇ ਉਸ ਸਮੇਂ ਉੱਥੋਂ ਦੇ ਜਿਹੜੇ ਰਾਜੇ ਸੀ ਜਿਹੜਾ ਮਾਲੀਆ ਜ਼ਮੀਨ ਦੇ ਉੱਤੇ ਲਾਇਆ ਗਿਆ ਹੁੰਦਾ ਸੀ ਜਾਂ ਤਾਂ ਉਸਨੂੰ ਘੱਟ ਕਰ ਦਿੰਦੇ ਸੀ ਜਾਂ ਉਸ ਦੇ ਵਿੱਚ ਛੋਟ ਕਰ ਦਿੰਦੇ ਸਨ ਨੈਕਸਟ ਡਿਊਰਿੰਗ ਦਾ ਮੁਗਲ ਰੂਲ There were different practices of collecting the taxes on cultivated land. The revenue was collected in a fair and efficient manner. Under the Mughal, Jamidars were revenue collecting agents, although Jamidar became hereditary. They were not considered to be owners of their lands. They were, in fact, intermediaries between the peasants and the government. ਮੁਗਲਾਂ ਦੇ ਦੌਰਾਨ ਕੀ ਹੁੰਦਾ ਸੀ ਕਿ ਜਿਹੜੇ ਟੈਕਸ ਕਲੈਕਟ ਕੀਤੇ ਜਾਂਦੇ ਸੀ ਜ਼ਮੀਨ ਦੇ ਉੱਪਰੋਂ ਉਹਨਾਂ ਦੇ ਵਾਸਤੇ ਉਹਨਾਂ ਦੇ ਏਜੰਟਸ ਕੰਮ ਕਰਦੇ ਸੀ ਠੀਕ ਹੈ ਅਤੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਮੁਗਲ ਸੀ ਕਲੈਕਟ ਨੂੰ ਇਕੱਠਾ ਕਰਦੇ ਸੀ ਭਾਵੇਂ ਕਿ ਜ਼ਮੀਨਦਾਰ ਦੀ ਜਿਹੜੀ ਜ਼ਮੀਨ ਸੀ ਜੱਦੀ ਪੁਰਸ਼ੀ ਹੋਣ ਦੇ ਨਾਤੇ ਵੀ ਉਸਨੂੰ ਜ਼ਮੀਨ ਦਾ ਓਨਰ ਨਹੀਂ ਮੰਨਿਆ ਜਾਂਦਾ ਸੀ ਇਸ ਦਾ ਕਾਰਨ ਕੀ ਸੀ ਕਿ ਇਨਫੈਕਟ ਜ਼ਿਮੀਂਦਾਰ ਕਿਸਾਨਾਂ 'ਤੇ ਗੌਰਮੈਂਟ ਦੇ ਵਿਚਕਾਰ ਗੱਲਬਾਤ ਕਰਾਉਣ ਦਾ ਕੰਮ ਕਰਦੇ ਸੀ ਨੈਕਸਟ ਲੈਂਡ ਰੈਵਨਿਊ ਪੋਲਿਸੀ ਅੰਡਰ ਦਾ ਬ੍ਰਿਟਿਸ਼ ਦੇ ਅੰਦਰ ਜਿਹੜੀ ਰੈਵਨਿਊ ਦੀ ਪੋਲਿਸੀ ਸੀ ਉਹ ਕੀ ਆ ਪਹਿਲਾਂ ਅਸੀਂ ਪੜ੍ਹ ਚੁੱਕੇ ਹਾਂ ਕਿ ਜਿਹੜੀ ਪੋਲਿਸੀ ਸੀ ਰੈਵਨਿਊ ਦੀ ਉਹ ਮੁਗਲਾਂ ਦੇ ਅੰਡਰ ਕੀ ਸੀ ਅਤੇ ਹੁਣ ਅਸੀਂ ਗੱਲ ਕਰਾਂਗੇ ਕਿ ਬ੍ਰਿਟਿਸ਼ ਦੇ ਅੰਡਰ ਇਹ ਪੋਲਿਸੀ ਕੀ ਸੀ ਵਿਦ ਦਾ ਕਮਿੰਗ ਆਫ ਬ੍ਰਿਟਿਸ਼ ਦਾ ਹੋਲ ਪੋਲਿਸੀ ਚੇਂਜਡ ਬਹੁਤ ਸਾਰੀਆਂ ਪੋਲਿਸੀਜ਼ ਦੇ ਵਿੱਚ ਚੇਂਜ ਆ ਗਈਆਂ ਰੈਵਨਿਊ ਵਾਜ਼ ਫਿਕਸਡ ਐਂਡ ਹੈਡ ਟੂ ਬੀ ਪੇਡ ਇਨ ਕੈਸ਼ ਜਿਹੜਾ ਰੈਵਨਿਊ ਸੀ ਉਹਨੂੰ ਫਿਕਸ ਕਰ ਦਿੱਤਾ ਗਿਆ ਔਰ ਜਿਹੜਾ ਰੈਵਨਿਊ ਪੇਡ ਕਰਨਾ ਸੀ ਐਜ਼ ਏ ਕੈਸ਼ ਕਰਨਾ ਸੀ No concession was given even during the year of famine or when crops failed. Revenue began to be collected by the agents of the company. ਦੇਖੋ ਪਹਿਲਾਂ ਮੁਗਲ ਕੀ ਕਰਦੇ ਸੀ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਆਫਤ ਆਉਂਦੀ ਸੀ ਕੋਈ ਕਾਲ ਪੈ ਜਾਂਦਾ ਸੀ ਜਾਂ ਸੋਕਾ ਪੈ ਜਾਂਦਾ ਸੀ ਅਤੇ ਜਿਹੜੇ ਮੁਗਲ ਸੀ ਉਹ ਕਿਸਾਨਾਂ ਨੂੰ ਕੁਛ ਰਾਹਤ ਦਿੰਦੇ ਸੀ ਠੀਕ ਹੈ ਹੁਣ ਇਸ ਦੇ ਵਿੱਚ ਇਹ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਆਫਤ ਆ ਜਾਂਦੀ ਹੈ ਅਤੇ ਜਿਹੜਾ ਰੈਵਨਿਊ ਸਿਲੈਕਟ ਕੀਤਾ ਜਾਂਦਾ ਸੀ ਫਿਕਸ ਕੀਤਾ ਜਾਂਦਾ ਸੀ ਐਜ਼ ਏ ਏਜੰਟ ਕਿਸਾਨਾਂ ਦੇ ਕੋਲੋਂ ਇਕੱਠਾ ਕੀਤਾ ਜਾਂਦਾ ਸੀ ਨੈਕਸਟ ਟੋਪਿਕ ਇਜ਼ ਐਗਰੀਅਨ ਪੋਲਿਸੀਜ਼ The East India Company's main aim was to buy spices, cotton, indigo and other raw materials from India and sell them at a huge profits in the European market. ਇੱਥੇ ਈਸਟ ਇੰਡੀਆ ਕੰਪਨੀ ਦਾ ਮੇਨ ਮੋਟਿਵ ਕੀ ਸੀ ਕਿ ਸਾਰੇ ਰॉ ਮਟੀਰੀਅਲਸ ਨੂੰ ਇਕੱਠਾ ਕਰਕੇ ਯੂਰਪੀਅਨ ਮਾਰਕੀਟ ਦੇ ਵਿੱਚ ਸੇਲ ਕਰੇ ਤਾਂ ਕਿ ਉਹ ਵੱਧ ਤੋਂ ਵੱਧ ਪ੍ਰੋਫਿਟ ਜਿਹੜਾ ਵਾ ਉਹ ਲੈ ਸਕਣ After the Battle of Buxar, the company got the right to collect revenue of Bengal, Bihar and Odisha. ਜਦੋਂ ਬਕਸਰ ਦੀ ਬੈਟਲ ਹੋਈ 1794 ਦੇ ਵਿੱਚ ਅਤੇ ਉਸ ਤੋਂ ਬਾਅਦ ਇਹ ਜਿਹੜਾ ਪੋਲਿਸੀਜ਼ ਇਹਨਾਂ ਨੇ ਇੰਪਲੀਮੈਂਟ ਕਰ ਦਿੱਤੀਆਂ ਬੰਗਾਲ ਬਿਹਾਰ ਅਤੇ ਉੜੀਸਾ ਦੇ ਵਿੱਚ ਨੈਕਸਟ ਇਜ਼ ਵੈਨ ਵਾਰਨ ਹਸਟਿੰਗ ਬਿਕਮਿੰਗ ਦਾ ਗਵਰਨਰ ਜਨਰਲ ਰੈਵਨਿਊ ਕਲੈਕਸ਼ਨ ਵਾਜ਼ ਦਾ ਸੈਂਟਰਲ ਇਸ਼ੂ He introduced the Ijehredari system
according to which the right to collect revenue was given to the bidders for a period of 5 years. These bidders were called contractors. ਇਸ ਦੇ ਵਿੱਚ ਕੀ ਸੀ ਕਿ ਜਦੋਂ ਵਾਰਨ ਹੈਸਟਿੰਗ ਗਵਰਨਰ ਜਨਰਲ ਬਣੇ, ਉਹਨਾਂ ਨੇ ਇਜਹਾਰੇਦਾਰੀ ਨਾਂ ਦੀ ਇੱਕ ਪ੍ਰਣਾਲੀ ਸ਼ੁਰੂ ਕੀਤੀ ਸੀ, ਜੋ ਕਿ 1773 ਦੇ ਵਿੱਚ ਵਾਰਨ ਹੈਸਟਿੰਗ ਦੁਆਰਾ ਆਰੰਭ ਕੀਤੀ ਗਈ ਸੀ, ਜਿਸ ਦੇ ਵਿੱਚ ਕੀ ਮੰਨਿਆ ਜਾਂਦਾ ਸੀ ਕਿ ਸਾਰੀ ਜ਼ਮੀਨ ਜਿਹੜੀ ਕਿ ਉਹ ਰਾਜ ਦੀ ਹੁੰਦੀ ਹੈ। ਠੀਕ ਹੈ, ਇਸ ਪ੍ਰਣਾਲੀ ਦੇ ਤਹਿਤ ਇੱਕ ਖਾਸ ਖੇਤਰ ਦੇ ਭੂਮੀਕਰ ਇਕੱਠਾ ਕਰਨ ਦੇ ਅਧਿਕਾਰ ਨੂੰ ਭੂਮੀਕਰ ਦਾ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਨਿਲਾਮ ਕੀਤਾ ਜਾਂਦਾ ਸੀ। ਜਿਹੜਾ ਸਭ ਤੋਂ ਜ਼ਿਆਦਾ ਬੋਲੀ ਲਗਾਉਂਦਾ ਸੀ ਉਸ ਨੂੰ ਨਿਲਾਮ ਕਰ ਲਿਆ ਜਾਂਦਾ ਸੀ, ਜਿਸ ਨੂੰ ਕੀ ਕਿਹਾ ਜਾਂਦਾ ਸੀ, these bidders were called contractors and the highest bidder was given to write the revenue collection. It was called revenue farming. ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਵੱਧ ਤੋਂ ਵੱਧ ਜਿਹੜਾ ਹਾਈਐਸਟ ਬੋਲੀ ਲਗਾਉਂਦਾ ਸੀ ਉਸ ਨੂੰ ਨਿਲਾਮ ਕਰ ਲਿਆ ਜਾਂਦਾ ਸੀ ਅਤੇ ਇਸ ਨੂੰ ਰੈਵਨਿਊ ਫਾਰਮਿੰਗ ਕਿਹਾ ਜਾਂਦਾ ਸੀ, ਯਾਨੀ ਕਿ ਭੂਮੀ ਕਰ ਕਿਹਾ ਜਾਂਦਾ ਸੀ। ਨੈਕਸਟ ਸਿਸਟਮ ਇਜ਼ ਪਰਮਾਨੈਂਟ ਸੈਟਲਮੈਂਟ। According the system, in order to ensure the regular income for itself, the company decided to fix the land revenue of Bengal, Bihar, Odisha and coastal Andhra Pradesh on a permanent basis. This system became to be known as the permanent settlement. It was introduced by Lord Cornwallis in 1793. ਇਸ ਦੇ ਵਿੱਚ ਕੀ ਸੀ ਕਿ ਇਸ ਚੀਜ਼ ਨੂੰ ਇਨਸ਼ੋਰ ਕਰ ਦਿੱਤਾ ਗਿਆ ਕਿ ਰੈਗੂਲਰ ਜਿਹੜੀ ਇਨਕਮ ਆ ਉਹ ਰੈਵਨਿਊ ਦੇ ਦੁਆਰਾ ਹੀ ਆਵੇਗੀ, ਔਰ ਡਿਸਾਈਡ ਕਰ ਦਿੱਤਾ ਗਿਆ ਕੰਪਨੀ ਵੱਲੋਂ ਕਿ ਜਿਹੜਾ ਰੈਵਨਿਊ ਕਲੈਕਟ ਕੀਤਾ ਜਾਣਾ ਹੈ ਉਹ ਕਿੰਨਾ ਹੋਣਾ ਚਾਹੀਦਾ ਹੈ। ਫਿਰ ਇਸ ਨੂੰ ਇੰਪਲੀਮੈਂਟ ਕੀਤਾ ਗਿਆ ਬੰਗਾਲ, ਬਿਹਾਰ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਔਨ ਅ ਪਰਮਾਨੈਂਟ ਬੇਸਿਸ 'ਤੇ, ਜਿਸ ਨੂੰ ਕੀ ਕਿਹਾ ਗਿਆ ਸੀ, ਪਰਮਾਨੈਂਟ ਸੈਟਲਮੈਂਟ। ਨੈਕਸਟ ਇਜ਼ ਰੋਇਤਵਾਰੀ ਸਿਸਟਮ। Between 1792 and 1827, a different system of revenue collection was introduced in the Madras and Bombay Presidency. It was introduced by Sir Thomas Monro. This system had many features of the revenue system of Mughals. In this system, there was direct relationship between the government and the Royat peasants. The farmer was the owner of the land as long as he paid the land revenue. Also, revenue was fixed according to the fertility of the soil. ਰੋਇਤਵਾੜੀ ਸਿਸਟਮ ਦੇ ਅੰਡਰ ਕੀ ਸੀ, ਗੌਰਮੈਂਟ ਅਤੇ ਪੀਜੈਂਟਸ ਦੇ ਵਿਚਕਾਰ ਇੱਕ ਡਾਇਰੈਕਟ ਰਿਲੇਸ਼ਨਸ਼ਿਪ ਬਣਦਾ ਸੀ। ਠੀਕ ਹੈ, ਔਰ ਜਿਹੜੇ ਫਾਰਮਰ ਓਨਰ ਹੁੰਦੇ ਸਨ, ਲੈਂਡ ਓਨਰ ਹੁੰਦੇ ਸਨ, ਉਹਨਾਂ ਨੂੰ ਲੰਮੇ ਸਮੇਂ ਵਾਸਤੇ ਰੈਵਨਿਊ ਪੇਡ ਕਰਨਾ ਪੈਂਦਾ ਸੀ। ਠੀਕ ਹੈ, ਔਰ ਜਿਹੜਾ ਰੈਵਨਿਊ ਫਿਕਸ ਕੀਤਾ ਜਾਂਦਾ ਸੀ ਉਹ ਜ਼ਮੀਨ ਦੀ ਫਰਟੀਲਿਟੀ, ਉਪਜਾਊ ਸ਼ਕਤੀ ਅਤੇ ਸੋਇਲ ਨੂੰ ਦੇਖ ਕੇ ਫਿਕਸ ਕੀਤਾ ਜਾਂਦਾ ਸੀ। ਨੈਕਸਟ ਪੁਆਇੰਟ ਇਜ਼ ਮਾਹਲਵਾੜੀ ਸਿਸਟਮ। 1830 ਦੇ ਵਿੱਚ ਮਾਹਲਵਾੜੀ ਸਿਸਟਮ ਜਿਹੜਾ ਇੰਪਲੀਮੈਂਟ ਕੀਤਾ ਗਿਆ। The Mahalwadi system existed in parts of Uttar Pradesh, part of central India, the northwest province and parts of Punjab. Introduced during the period of William Bentinck in 1823 ਦੇ ਵਿੱਚ ਜਿਹੜਾ ਸੀ ਇਹ ਸ਼ੁਰੂ ਕੀਤਾ ਗਿਆ ਸੀ, ਅਤੇ ਇਸ ਦੇ ਵਿੱਚ ਜਿਹੜੇ ਪ੍ਰੋਵਿੰਸ ਇਨਕਲੂਡ ਕੀਤੇ ਗਏ ਸੀ, ਪਾਰਟਸ ਆਫ ਪੰਜਾਬ ਸੀ, ਸੈਂਟਰਲ ਇੰਡੀਆ ਸੀ, ਨਾਰਥ ਵੈਸਟ, ਠੀਕ ਹੈ, ਔਰ ਉੱਤਰ ਪ੍ਰਦੇਸ਼। ਅੰਡਰ ਦਿਸ ਸਿਸਟਮ, land revenue settlement was made for the entire site or mahal. The talukdar had to collect the revenue from the village and hand it over to the company. The amount of revenue to be collected was half of the total agricultural production, which was subject to periodic revision. Under this system, the condition of the peasants remained and pitiable. ਹੁਣ ਇਸ ਸਿਸਟਮ ਦੇ ਅੰਡਰ ਕੀ ਸੀ ਕਿ ਜਿਹੜਾ ਰੈਵਨਿਊ ਕਲੈਕਟ ਕਰਨਾ ਸੀ ਉਹ ਕਿਸ ਨੇ ਕਰਨਾ ਸੀ, ਤਲੁਕਦਾਰ ਨੇ। ਠੀਕ ਹੈ, ਤਲੁਕਦਾਰ ਨੇ ਸਟੇਟ ਅਤੇ ਮਹੱਲ ਇੱਕ ਹੀ ਚੀਜ਼ ਆ, ਦੋਨੋਂ ਦੇ ਵਿੱਚੋਂ ਰੈਵਨਿਊ ਕਲੈਕਟ ਕਰਕੇ ਕੰਪਨੀ ਦੇ ਹੱਥਾਂ ਦੇ ਵਿੱਚ ਦੇਣਾ ਸੀ। ਠੀਕ ਹੈ, ਔਰ ਜਿਹੜਾ ਰੈਵਨਿਊ ਕਲੈਕਟ ਕੀਤਾ ਜਾਂਦਾ ਸੀ, ਜੋ ਵੀ ਐਗਰੀਕਲਚਰ ਪ੍ਰੋਡਕਸ਼ਨ ਹੁੰਦੀ ਸੀ, ਠੀਕ ਹੈ, ਜਿੰਨੀ ਵੀ ਉਪਜ ਹੁੰਦੀ ਸੀ ਉਹਦਾ ਅੱਧਾ ਹਿੱਸਾ ਜਿਹੜਾ ਕਲੈਕਟ ਕਰਨਾ ਸੀ।
ਤੇ ਇਹਦੇ ਵਿੱਚ ਜਿਹੜੀਆਂ ਰਿਵੀਜ਼ਨ ਸੀ, ਬਾਰ-ਬਾਰ ਰੈਪੀਟੀਸ਼ਨ ਕੀਤੀ ਜਾਂਦੀ ਸੀ, ਕੁਝ ਪਾਲਿਸੀਜ਼ ਇਨਕਲੂਡ ਕੀਤੀਆਂ ਜਾਂਦੀਆਂ ਸੀ ਪੀਰੀਅਡਿਕ ਰਿਵੀਜ਼ਨ ਦੇ ਵਿੱਚ। ਤੇ ਇਸ ਸਿਸਟਮ ਦੇ ਅੰਡਰ ਜਿਹੜੀ ਪੀਜੈਂਟਸ ਦੀ ਕੰਡੀਸ਼ਨ ਸੀ ਉਹ ਬਹੁਤ ਹੀ ਤਰਸਯੋਗ ਹੋ ਚੁੱਕੀ ਸੀ, ਕਿਉਂਕਿ ਉਹਨਾਂ ਦੇ ਕੋਲ ਰੈਵਨਿਊ ਨੂੰ ਦੇਣ ਤੋਂ ਬਾਅਦ ਕੁਝ ਨਹੀਂ ਬਚਦਾ ਸੀ। Next topic discuss in the next video, so understand the concept in this video.